ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ। ਇਕ ਨਾ ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ। ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ। ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਕਹਿ ਨਾਨਕ ਹਰ ਪਿਆਰੈ, ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰ ਵਾਲੀ ਸਾਧ ਸੰਗਤ, ਵਡਭਾਗੇ ਹਾਂ। ਸਤਿਗੁਰਾਂ ਨੇ ਰਹਿਮਤ ਕਰਕੇ ਅੰਮ੍ਰਿਤ ਵੇਲੇ ਦੀ ਦਾਤ ਸਾਡੇ ਸਭਨਾਂ ਦੀ ਝੋਲੀ 'ਚ ਪਾਈ ਹੈ। ਪਾਵਨ ਬਾਣੀ ਸ਼੍ਰੀ ਆਨੰਦ ਸਾਹਿਬ ਜੀ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। 38ਵੀਂ ਪੌੜੀ ਦਾ ਮੂਲ ਪਾਠ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਇੱਕ ਮੁਕਾਮ ਦੇ ਉੱਤੇ ਸਾਨੂੰ ਪਹੁੰਚਾਉਣਾ ਚਾਹੁੰਦੇ ਆ। ਭਾਵੇਂ ਕਿ ਸਾਨੂੰ ਇਸ ਗੱਲ ਦੀ ਖਬਰ ਨਾ ਹੋਵੇ ਕਿ ਸਾਡਾ ਜਿਹੜਾ ਸਰੀਰ ਹੈ, ਸਾਡੀ ਜਿਹੜੀ ਜਿੰਦ ਹੈ, ਇਹ ਬੜੀ ਕੀਮਤੀ ਹੈ। ਪਰ ਗੁਰੂ ਨੂੰ ਇਸ ਗੱਲ ਦੀ ਸਾਰ ਹੈ। ਗੁਰੂ ਨੂੰ ਪਤਾ ਹੈ ਇਹ ਸਰੀਰ ਬਹੁਤ ਕੀਮਤੀ ਹੈ, ਇਹ ਜਿੰਦ ਬਹੁਤ ਕੀਮਤੀ ਹੈ। ਅਤੇ ਜੇ ਇਹ ਸਰੀਰ ਪ੍ਰਾਪਤ ਹੋਇਆ ਹੈ, ਇਹ ਜਿੰਦ ਪ੍ਰਾਪਤ ਹੋਈ ਹੈ, ਜੇ ਅਵਸਰ ਮਿਲਿਆ ਹੈ, ਅਤੇ ਗੁਰੂ ਕਹਿੰਦਾ ਹੈ ਕਿ ਗੁਰਸਿੱਖ ਜਿਹੜਾ ਇਸ ਅਵਸਰ ਨੂੰ ਚੰਗੇ ਤਰੀਕੇ ਨਾਲ ਵਰਤ ਕੇ ਅਤੇ ਆਪਣੇ ਜੀਵਨ ਦੇ ਮਨੋਰਥ ਨੂੰ ਪੂਰਾ ਕਰ ਲਵੇ। ਸੋ ਸਤਿਗੁਰੂ ਉਹੀ ਮਨੋਰਥ ਨੂੰ ਪੂਰਾ ਕਰਨ ਵਾਸਤੇ ਸਾਨੂੰ ਵਾਰ-ਵਾਰ ਗੁਰਬਾਣੀ 'ਚ ਸਮਝਾਉਂਦੇ ਆ। ਅਤੇ ਪਾਵਨ ਆਨੰਦ ਸਾਹਿਬ ਦੀ ਬਾਣੀ ਅੰਦਰ ਵੀ ਸਤਿਗੁਰਾਂ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਭਾਈ, ਤੇਰੇ ਜੀਵਨ ਦਾ ਮਕਸਦ ਹੈ ਆਨੰਦ ਤੱਕ ਪਹੁੰਚਣਾ, ਅਤੇ ਜੇ ਉੱਥੋਂ ਤੱਕ ਪਹੁੰਚਣਾ ਹੈ ਤਾਂ ਉਹਦੇ ਵਾਸਤੇ ਤੈਨੂੰ ਕੁਝ ਛੱਡਣਾ ਪੈਣਾ ਹੈ ਅਤੇ ਕੁਝ ਪ੍ਰਾਪਤ ਕਰਨਾ ਪੈਣਾ ਹੈ। ਉਹ ਸਾਰਾ ਸਤਿਗੁਰਾਂ ਨੇ ਸਾਨੂੰ ਇਸ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ ਵਾਰ-ਵਾਰ ਸਮਝਾਇਆ ਹੈ। ਅੱਜ ਦੀ ਇਹ ਪਾਵਨ ਪੌੜੀ ਦੇ ਅੰਦਰ ਸਤਿਗੁਰੂ ਕੀ ਬਖਸ਼ਿਸ਼ਾਂ ਕਰਦੇ ਨੇ, ਕਿਵੇਂ ਆਨੰਦ ਵੱਲ ਨੂੰ ਸਾਨੂੰ ਪ੍ਰੇਰਿਤ ਕਰਦੇ ਆ। ਆਰੰਭਤਾ ਤੋਂ ਪਹਿਲਾਂ ਆਪਣੀਆਂ ਮਨੋਬਿਰਤੀਆਂ ਨੂੰ ਕਰੀਏ ਇਕਾਗਰ। ਸਾਰੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਸਾਧ ਸੰਗਤ, ਗੁਫਾ ਦਾ ਜਦੋਂ ਆਪਾਂ ਸ਼ਾਬਦਿਕ ਅਰਥ ਪੜ੍ਹਦੇ ਹਾਂ, ਉਹ ਜਗ੍ਹਾ ਹੁੰਦੀ ਹੈ ਜਿਹਦਾ ਕੋਈ ਖਾਸ ਦਰਵਾਜ਼ਾ ਆਦਿਕ ਨਹੀਂ ਹੁੰਦਾ। ਗੁਫਾ ਦੇ ਅੰਦਰ ਇੱਕੋ ਹੀ ਦਰਵਾਜ਼ਾ ਹੁੰਦਾ ਹੈ ਜਿਹਦੇ ਅੰਦਰ ਮਨੁੱਖ ਜਾ ਸਕਦਾ ਹੈ।
ਜਾਂ ਹੋ ਸਕਦਾ ਕਿਤੇ ਦੂਰ ਜਾ ਕੇ ਉਸ ਗੁਫਾ ਦਾ ਕੋਈ ਦੂਸਰਾ ਦਰਵਾਜ਼ਾ ਹੋਵੇ। ਗੁਫਾ ਆਦਿ ਕੇ ਪਹਾੜਾਂ ਦੇ ਅੰਦਰ ਜਿਵੇਂ ਹੁੰਦੀਆਂ, ਤੇ ਉਹਦੇ ਵਿੱਚ ਨਾ ਕੋਈ ਪ੍ਰਕਾਸ਼ ਹੁੰਦਾ ਹੈ ਤੇ ਨਾ ਕੋਈ ਜੋਤ, ਹਨੇਰਾ ਹੁੰਦਾ ਹੈ। ਤੇ ਸਤਿਗੁਰਾਂ ਨੇ ਅੱਜ ਸਾਡੇ ਸਰੀਰ ਨੂੰ ਇੱਕ ਗੁਫਾ ਨਾਲ ਮਾਰਨ ਨੇ ਕੰਪੈਰੀਜ਼ਨ ਕੀਤਾ ਹੈ, ਤੁਲਨਾ ਦਿੱਤੀ ਹੈ ਸਤਿਗੁਰਾਂ ਨੇ ਇਸ ਸਰੀਰ ਨੂੰ ਗੁਫਾ ਦੀ। ਤੇ ਨਾਲ ਹੀ ਮਹਾਰਾਜ ਨੇ ਕਹਿ ਦਿੱਤਾ ਕਿ ਇਸ ਗੁਫਾ ਰੂਪੀ ਜਿਹੜਾ ਸਰੀਰ ਹੈ ਭਾਈ, ਉਸ ਸਰੀਰ ਦੇ ਅੰਦਰ ਉਸ ਵਾਹਿਗੁਰੂ ਨੇ ਜੀਓ ਜਿਹੜਾ ਟਿਕਾਇਆ ਹੈ, ਤੇ ਉਹ ਜੀਓ ਟਿਕਾਉਣ ਦੇ ਨਾਲ ਹੀ ਇਹ ਜਿਹੜੀ ਗੁਫਾ ਹੈ ਸਾਡੀ, ਇਹ ਆਪਣੇ ਕਾਰ ਵਿਹਾਰ ਕਰਦੀ ਹੈ। ਜਿੰਦ ਹੈ ਸਾਡੇ ਅੰਦਰ ਉਸ ਵਾਹਿਗੁਰੂ ਦੀ ਦਿੱਤੀ ਹੋਈ, ਉਸ ਜਿੰਦ ਦੇ ਜ਼ਰੀਏ ਹੀ ਅਸੀਂ ਸਾਰੇ ਕਾਰ ਵਿਹਾਰ ਕਰਦੇ ਹਾਂ। ਜਦੋਂ ਉਸ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਹੈ, ਫਿਰ ਇਹ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਸਾਇੰਸ ਆਪਣਾ ਬੜਾ ਜ਼ੋਰ ਲਾਉਂਦੀ ਹੈ, ਡਾਕਟਰ ਆਦਿਕ ਆਪਣਾ ਬੜਾ ਜ਼ੋਰ ਲਾਉਂਦੇ ਹਨ ਕਿ ਮਨੁੱਖ ਜਿਹੜਾ ਉਹ ਜਿੰਦਾ ਰਹਿ ਸਕੇ। ਇੱਥੋਂ ਤੱਕ ਉਹ ਦਿਲ ਨੂੰ ਧੜਕਾਉਣ ਦੇ ਵਾਸਤੇ ਵੀ ਕਈ ਤਰੀਕੇ ਦੇ ਕਾਰਜ ਕਰਦੇ ਆ, ਪਰ ਜਦੋਂ ਦਿਲ ਵੀ ਧੜਕਦਾ ਹੋਵੇ ਪਰ ਤਾਂ ਵੀ ਸਾਧ ਸੰਗਤ ਸਰੀਰ ਜਿਹੜਾ ਹੈ ਉਹ ਨਹੀਂ ਚੱਲਦਾ ਜਦੋਂ ਮੌਤ ਹੋ ਜਾਂਦੀ। ਇਹਦਾ ਮਤਲਬ ਸਾਡੇ ਸਰੀਰ 'ਚ ਅੰਦਰ ਕੋਈ ਐਸੀ ਜੀਵ ਸਤਾ ਹੈ ਜਿਹਦੇ ਨਾਲ ਅਸੀਂ ਇਹ ਸਾਰੇ ਕਾਰ ਵਿਹਾਰ ਕਰਦੇ ਹਾਂ। ਤੇ ਜਦੋਂ ਸਾਧ ਸੰਗਤ ਆਪਾਂ ਧਰਮ ਦੀ ਉਤਪਤੀ ਦਾ ਇਤਿਹਾਸ ਪੜ੍ਹਦੇ ਹਾਂ, ਥੋੜ੍ਹਾ ਜਿਹਾ ਆਪ ਜੀ ਨੇ ਧਿਆਨ ਦੇਣਾ, ਫਿਲਾਸਫੀਕਲ ਗੱਲ ਹੈ। ਉਹ ਕਹਿੰਦੇ ਕਿ ਜਦੋਂ ਧਰਮ ਦੀ ਉਤਪਤੀ ਹੋਈ ਉਹ ਇਸੇ ਗੱਲ ਤੋਂ ਹੋਈ, ਜਦੋਂ ਵੱਡੇ ਵੱਡੇ ਵਿਦਵਾਨ ਕਹਿ ਲਓ ਜਾਂ ਜਿਹੜੇ ਧਰਮ 'ਤੇ ਸਟੱਡੀ ਕਰਨ ਵਾਲੇ ਆ, ਉਹ ਕਹਿੰਦੇ ਰੱਬ ਦੀ ਹੋਂਦ ਇਵੇਂ ਹੋਂਦ 'ਚ ਆਈ ਆ। ਰੱਬ ਦੇ ਬਾਰੇ ਪਤਾ ਕਿਵੇਂ ਲੱਗਾ? ਕਹਿੰਦੇ ਮਨੁੱਖ ਜੰਗਲ 'ਚ ਰਹਿੰਦਾ ਸੀ, ਹੁੰਦਾ ਕੀ ਸੀ ਕਿ ਚੰਗਾ ਭਲਾ ਚੱਲਦਾ ਫਿਰਦਾ ਮਨੁੱਖ ਜਿਹੜਾ ਸੀ ਇੱਕਦਮ ਡੈੱਡ ਹੋ ਜਾਂਦਾ ਸੀ, ਡਿੱਗ ਪੈਂਦਾ ਸੀ। ਉਹ ਬੜੇ ਯਤਨ ਕਰਦੇ ਸੀ ਕਿ ਇਹ ਜਿਹੜਾ ਮਨੁੱਖ ਸੀ ਚੰਗਾ ਭਲਾ ਚੱਲਦਾ ਫਿਰਦਾ ਡਿੱਗ ਪਿਆ, ਇਹਨੂੰ ਹੋਇਆ ਕਿ ਹੌਲੀ ਹੌਲੀ ਦਾ ਸਰੀਰ ਸੜਨਾ ਸ਼ੁਰੂ ਹੋ ਜਾਂਦਾ ਸੀ। ਉਹਨਾਂ ਦਾ ਅਨੁਮਾਨ ਹੈ ਇਹ। ਉਹ ਕਹਿੰਦੇ ਫਿਰ ਇਹਨਾਂ ਨੇ ਕੀ ਕੀਤਾ ਕਿ ਇੱਕ ਰੂਹ ਦਾ ਜਨਮ, ਇੱਕ ਰੂਹ ਦੀ ਹੋਂਦ ਮੰਨ ਲਈ ਕਿ ਜਿਹੜੀ ਮਨੁੱਖ ਦੇ ਸਰੀਰ 'ਚ ਪੈਂਦੀ ਹੈ। ਉਸ ਰੂਹ ਦੇ ਨਾਲ ਇਹ ਸਰੀਰ ਕਹਿੰਦੇ ਕਿ ਚੱਲਦਾ ਹੈ। ਤੇ ਫਿਰ ਉਹਨਾਂ ਨੇ ਕੀ ਕੀਤਾ, ਉਸ ਰੂਹ ਤੋਂ ਉਹਦੀ ਪੂਜਾ ਸ਼ੁਰੂ ਹੋ ਗਈ। ਫਿਰ ਉਹਦੀ ਪੂਜਾ ਤੋਂ ਸਿਧਾਂਤ ਆਇਆ ਅਨੇਕਵਾਦ ਦਾ ਸਿਧਾਂਤ। ਅਨੇਕਵਾਦ ਦਾ ਸਿਧਾਂਤ ਜਿਵੇਂ ਰੁੱਖਾਂ ਦੀ ਪੂਜਾ ਉਹਦੇ ਵਿੱਚੋਂ ਨਿਕਲੀ ਹੈ। ਉਹ ਸਮਝਦੇ ਸਨ ਰੁੱਖਾਂ ਦੇ ਅੰਦਰ ਵੀ ਕੋਈ ਰੂਹ ਹੈ। ਜਾਨਵਰਾਂ ਦੀ ਪੂਜਾ ਉਹਦੇ ਵਿੱਚੋਂ ਨਿਕਲੀ ਹੈ। ਉਹ ਸਮਝਦੇ ਸਨ ਜਾਨਵਰਾਂ ਦੇ ਵਿੱਚ ਵੀ ਕੋਈ ਰੂਹ ਹੈ। ਇਸੇ ਪ੍ਰਕਾਰ ਇਹ ਸਿਧਾਂਤ ਹੌਲੀ ਹੌਲੀ ਚੱਲਦਾ ਚੱਲਦਾ ਅਨੇਕਵਾਦ ਤੋਂ ਏਕਵਾਦ ਵੱਲ ਚੱਲ ਗਿਆ। ਆਪ ਜੀ ਨੇ ਫਿਰ ਸਮਝਣਾ, ਥੋੜ੍ਹੀ ਸਮਝਣ ਵਾਲੀ ਗੱਲ ਹੈ ਕਿ ਪਹਿਲਾਂ ਅਨੇਕਾਂ ਰੂਹਾਂ ਦੀ ਪੂਜਾ ਹੋਣ ਲੱਗ ਪਈ। ਲੋਕ ਸਮਝਣ ਲੱਗ ਗਏ ਇਹਦੇ ਵਿੱਚ ਵੀ ਰੂਹ ਹੈ, ਇਹਦੇ ਵਿੱਚ ਵੀ ਰੂਹ ਹੈ। ਫਿਰ ਉਸ ਤੋਂ ਬਾਅਦ ਮਨੁੱਖ ਨੇ ਹੌਲੀ ਹੌਲੀ ਇੱਕ ਵੱਡੀ ਰੂਹ ਜਿਹੜੀ ਉਹ ਚਿੱਤਰ ਲਈ, ਰੱਬ ਨੂੰ ਬਣਾ ਲਿਆ ਕਿ ਕੋਈ ਐਸੀ ਰੂਹ ਹੈ ਜਿਹਦੇ ਵਿੱਚੋਂ ਇਹ ਸਾਰੀਆਂ ਰੂਹਾਂ ਨਿਕਲ ਕੇ ਆਉਂਦੀਆਂ। ਉਹਨੂੰ ਪਰਮਾਤਮਾ ਦਾ ਨਾਮ ਦੇ ਦਿੱਤਾ। ਪਰਮਾਤਮਾ ਇੱਕ ਆਤਮਾ ਅਤੇ ਇੱਕ ਪਰਮਾਤਮਾ, ਪਰਮ ਸ਼ਕਤੀ, ਉਹਦਾ ਨਾਮ ਦੇ ਦਿੱਤਾ। ਇਸ ਪ੍ਰਕਾਰ ਉਹ ਕਹਿੰਦੇ ਅਨੇਕਵਾਦ ਤੋਂ ਏਕਵਾਦ ਦਾ ਸਿਧਾਂਤ ਜਿਹੜਾ ਪ੍ਰਗਟ ਹੁੰਦਾ ਹੈ। ਸੋ ਇਹ ਆਪਣਾ ਵਿਸ਼ਾ ਤੇ ਨਹੀਂ ਹੈ, ਪਰ ਸਮਝਣ ਜੋਗੀ ਗੱਲ ਹੈ ਕਿ ਇਹ ਜੀਓ ਜਿਹੜਾ ਹੈ ਇਹ ਸਾਡੇ ਸਰੀਰ ਦੇ ਵਿੱਚ ਜਿਹੜਾ ਪਰਮੇਸ਼ਰ ਨੇ ਆਪਣੀ ਜੀਵ ਸਤਾ ਰੱਖੀ ਹੈ। ਇਸੇ ਪ੍ਰਕਾਰ ਸਾਧ ਸੰਗਤ ਸਾਡੇ ਹਿੰਦੁਸਤਾਨ ਦੀ ਪੱਧਤੀ ਦੇ ਜਿਹੜੇ ਧਰਮ ਹਨ, ਸਨਾਤਨ ਆਦਿਕ ਜਿੰਨੇ ਵੀ ਨੇ, ਉਹ ਇਸ ਗੱਲ ਦੇ ਨਾਲ ਸਹਿਮਤ ਹਨ ਕਿ ਮਨੁੱਖ ਦੀ ਇਹ ਸਿਰਫ ਇਹੀ ਸਰੀਰ ਨਹੀਂ ਹੁੰਦਾ, ਇਕੱਲੀ ਇਹੀ ਦੇਹ ਨਹੀਂ ਹੁੰਦੀ। ਇਹ ਤੋਂ ਅੱਗੇ ਸੂਖਸ਼ਮ ਸਰੀਰ ਹੁੰਦਾ ਹੈ ਜਿਹਨੂੰ ਆਤਮਾ ਆਦਿਕ ਕਹਿ ਦਿੰਦੇ ਆ, ਭੂਤ ਆਦਿਕ ਦਾ ਦਰਜਾ ਵੀ ਦੇ ਦਿੰਦੇ ਆ, ਕਿ ਉਹ ਸੂਖਸ਼ਮ ਜਿਹੜਾ ਸਰੀਰ ਹੁੰਦਾ ਹੈ। ਫਿਰ ਉਸ ਤੋਂ ਬਾਅਦ ਉਹਦੇ ਅੰਦਰ ਗਾਂ ਮਨ ਹੁੰਦਾ ਅਤੇ ਮਨ ਦੇ ਅੰਦਰ ਜੋਤ ਹੁੰਦੀ ਹੈ। ਵਾਰ-ਵਾਰ ਜੰਮਣ ਅਤੇ ਮਰਨ ਦਾ ਕਾਰਨ ਉਹ ਕਹਿੰਦੇ ਸਾਡਾ ਮਨ ਹੁੰਦਾ ਹੈ। ਕਿਵੇਂ? ਜਿਵੇਂ ਆਪਾਂ ਕਰਮ ਕਰਦੇ ਹਾਂ, ਜੋ ਵੀ ਕਰਮ ਕਰਦੇ ਹਾਂ, ਸਾਡਾ
ਜਿਹੜਾ ਹਿੰਦੁਸਤਾਨੀ ਪੱਧਤੀ ਦਾ ਇਹ ਸਿਧਾਂਤ ਹੈ ਸਮੁੱਚੇ ਸਾਰੇ ਹੀ ਉੱਤੇ ਲਾਗੂ ਹੁੰਦਾ ਹੈ। ਗੁਰਮਤ ਵੀ ਇਸ ਗੱਲ ਨਾਲ ਸਹਿਮਤ ਹੈ, ਕਿਤੇ ਕਿਤੇ, ਜ਼ਿਆਦਾਤਰ ਨਹੀਂ, ਕਿ ਜਿਹੜਾ ਮਨ ਸਾਡਾ ਹੁੰਦਾ ਹੈ ਉਹ ਜਦੋਂ ਆਪਾਂ ਕਰਮ ਕਰਦੇ ਹਾਂ ਉਹ ਕਰਮ ਉਹਦੇ ਅੰਤਿਸ਼ਕਰਨ ਦੇ ਵਿੱਚ ਜਮ੍ਹਾਂ ਹੁੰਦੇ ਜਾਂਦੇ ਆ। ਜਦੋਂ ਉਹ ਜਮ੍ਹਾਂ ਹੁੰਦੇ ਜਾਂਦੇ ਆ ਚੰਗੇ ਮਾੜੇ ਕਰਮ, ਉਹਦੇ ਅਨੁਸਾਰ ਫਿਰ ਹੁੰਦਾ ਕੀ ਹੈ ਕਿ ਜਦੋਂ ਮਨੁੱਖ ਦੇ ਪ੍ਰਾਣ ਪੰਖੇਰੂ ਨਿਕਲ ਜਾਂਦੇ ਆ ਅਤੇ ਫਿਰ ਜਿਹਦੇ ਵਿੱਚੋਂ ਸੂਖਸ਼ਮ ਸਰੀਰ ਨਿਕਲਦਾ ਹੈ, ਉਸ ਸੂਖਸ਼ਮ ਸਰੀਰ ਨੂੰ ਕਹਿੰਦੇ ਆ ਕਿ ਫਿਰ ਜਿਹੜਾ ਹੈ ਨਰਕ ਅਤੇ ਸੁਰਗ ਦੀ ਪ੍ਰਾਪਤੀ ਹੁੰਦੀ ਹੈ। ਕਿਹਦੇ ਅਕੋਰਡਿੰਗ ਹੁੰਦੀ ਹੈ? ਉਹਦੇ ਮਨ ਦੇ ਅਨੁਸਾਰ। ਜੋ ਮਨ ਨੇ ਕਰਮ ਕੀਤੇ ਹੁੰਦੇ ਉਹਦੇ ਵਿੱਚ ਜਮ੍ਹਾਂ ਹੋ ਜਾਂਦੇ ਆ, ਉਹਦੇ ਅਨੁਸਾਰ ਇੱਕ ਸੂਖਸ਼ਮ ਸਰੀਰ ਬਣ ਜਾਂਦਾ ਹੈ ਅਤੇ ਉਹ ਸੂਖਸ਼ਮ ਸਰੀਰ ਜਿਹੜਾ ਉਹ ਅਗਾਂਹ ਜਾ ਕੇ ਸਜ਼ਾ ਵੀ ਭੋਗਦਾ ਅਤੇ ਜਾਂ ਸਵਰਗ 'ਚ ਚਲਾ ਜਾਂਦਾ, ਇਹ ਮੰਨਿਆ ਜਾਂਦਾ। ਫਿਰ ਉਸ ਤੋਂ ਬਾਅਦ ਮਨ ਹੈ। ਇਹ ਜਿਹੜਾ ਮਨ ਹੈ ਇਹਦੇ ਅੰਦਰ ਇੱਕ ਜੋਤ ਹੈ ਜਿਹਨੂੰ ਜਿੰਦ ਕਿਹਾ ਹੈ ਮਹਾਰਾਜ ਨੇ, ਅੱਜ ਜੀਓ ਕਿਹਾ ਹੈ, ਜੀਓ ਸ਼ਬਦ ਵਰਤਿਆ। ਉਹਦੇ ਅੰਦਰ, ਇਸ ਮਨ ਦੇ ਅੰਦਰ ਗਾਂਹ ਜਾ ਕੇ ਇੱਕ ਜੋਤ ਟਿਕੀ ਹੈ। ਉਹ ਜੋਤ ਉਸ ਪਰਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਹੈ। ਅਤੇ ਇਹ ਚੱਕਰ ਜਿਹੜਾ ਸਾਰਾ ਹੈ ਮਨ ਕਰਕੇ ਪਿਆ ਹੈ ਸਾਨੂੰ, ਜਿਹੜਾ ਵਾਰ-ਵਾਰ ਜੰਮਦੇ ਹਾਂ ਮਰਦੇ ਹਾਂ, ਇਹ ਚੱਕਰ ਮਨ ਕਰਕੇ ਹੈ। ਇਹਨੂੰ ਖਤਮ ਕਰਨ ਵਾਸਤੇ ਉਸ ਪਰਮ ਜੋਤ ਨੂੰ ਮਨੁੱਖ ਨੇ ਸਰੀਰ ਦੇ ਵਿੱਚੋਂ ਲੱਭਣਾ, ਉਹਦੇ ਨਾਲ ਜੁੜਨਾ ਹੈ। ਅਤੇ ਉਹਦੇ ਵਾਸਤੇ ਸਤਿਗੁਰੂ ਸਾਨੂੰ ਅੱਜ ਪ੍ਰੇਰਨਾ ਕਰਦੇ ਮਾਰੇ ਕਹਿੰਦੇ, ਹਰ ਜੀਓ ਗੁਫਾ ਅੰਦਰ ਰੱਖ ਕੇ। ਉਸ ਵਾਹਿਗੁਰੂ ਨੇ ਆਪਣਾ ਜੀਓ, ਆਪਣੀ ਜਿੰਦ ਇਸ ਗੁਫਾ ਦੇ ਵਿੱਚ ਰੱਖੀ ਹੈ ਅਤੇ ਵਾਜਾ ਪਵਨ ਵਜਾਇਆ, ਸਵਾਸਾਂ ਦਾ ਵਾਜਾ ਵਜਾ ਦਿੱਤਾ। ਸਵਾਸ ਲੈਂਦੇ ਹਾਂ, ਗੱਲਬਾਤ ਕਰਦੇ ਹਾਂ। ਇੱਥੇ ਮੈਂ ਥੋੜ੍ਹਾ ਰੁਕ ਕੇ ਵਿਚਾਰ ਕਰਾਂਗਾ ਆਪ ਜੀ ਨਾਲ ਕਿ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਸ਼ਬਦ ਨੂੰ ਵੀ ਗੁਰੂ ਕਿਹਾ ਹੈ ਅਤੇ ਹਵਾ ਨੂੰ ਵੀ ਗੁਰੂ ਕਿਹਾ ਹੈ। ਆਪਾਂ ਪੜ੍ਹਦੇ ਹਾਂ ਪਵਨ ਗੁਰੂ ਅਤੇ ਸ਼ਬਦ ਗੁਰੂ, ਦੋ ਮਹਾਰਾਜ ਨੇ ਵਰਤੇ ਨੇ। ਇਹ ਕਿਉਂ ਮਹਾਰਾਜ ਨੇ ਹਵਾ ਵਾਸਤੇ ਵੀ ਗੁਰੂ ਸ਼ਬਦ ਵਰਤਿਆ? ਕਿਉਂਕਿ ਸਾਧ ਸੰਗਤ ਸ਼ਬਦ ਦੀ ਜਿਹੜੀ ਹੋਂਦ ਹੈ ਉਹ ਹਵਾ ਦੇ ਨਾਲ ਹੈ। ਸ਼ਬਦ ਜਿਹੜਾ ਨਿਕਲਦਾ ਹੈ ਨਾ, ਆਪਾਂ ਜੋ ਵੀ ਬੋਲਦੇ ਹਾਂ, ਮੈਂ ਬੋਲ ਰਿਹਾ, ਜਦੋਂ ਸਵਾਸ ਬਾਹਰ ਆ ਜਾਂਦੇ ਆ ਮੈਂ ਬੋਲਣਾ ਬੰਦ ਕਰ ਦਿੰਦਾ, ਫਿਰ ਦੁਬਾਰਾ ਸਵਾਸ ਖਿੱਚ ਕੇ ਬੋਲਣ ਦੀ ਕਿਰਿਆ ਆਰੰਭ ਕਰਦਾ। ਇਹ ਸਾਧ ਸੰਗਤ ਜਦੋਂ ਹਵਾ ਸਾਡੇ ਅੰਦਰ ਜਾਂਦੀ ਹੈ ਸ਼ਬਦ ਪੈਦਾ ਹੁੰਦੇ ਆ। ਇਸੇ ਕਰਕੇ ਮਹਾਰਾਜ ਨੇ ਇਹ ਸ਼ਬਦ ਗੁਰੂ ਪਵਨ ਵਾਸਤੇ, ਹਵਾ ਵਾਸਤੇ ਵੀ ਵਰਤਿਆ ਹੈ ਅਤੇ ਸ਼ਬਦ ਵਾਸਤੇ ਵੀ ਇਹੀ ਮਹਾਰਾਜ ਨੇ ਗੁਰੂ ਸ਼ਬਦ ਵਰਤਿਆ, ਗੁਰੂ ਪਦ ਵਰਤਿਆ। ਕਿਉਂਕਿ ਹਵਾ ਅਤੇ ਸ਼ਬਦ ਦਾ ਸੰਬੰਧ ਬੜਾ ਗੂੜਾ ਹੈ ਅਤੇ ਸ਼ਬਦ ਜਿਹੜਾ ਹੈ ਸਾਧ ਸੰਗਤ, ਇਹਦੇ ਨਾਲ ਹੀ ਸਾਡੇ ਸਾਰੇ ਕਾਰ ਵਿਹਾਰ ਚੱਲਦੇ। ਸਾਡੇ ਸੰਬੰਧ ਹਰ ਕਿਸੇ ਦੇ ਨਾਲ ਸ਼ਬਦਾਂ ਦੇ ਨਾਲ ਬਣਦੇ। ਜੇ ਕਿਸੇ ਨੂੰ ਅਸੀਂ ਬੁਲਾਉਣਾ ਬੰਦ ਕਰ ਦਿੰਦੇ ਹਾਂ, ਉਹ ਵੀ ਅਸੀਂ ਸ਼ਬਦ 'ਤੇ ਆਧਾਰਿਤ ਹੁੰਦੇ ਹਾਂ, ਉਹਦੇ ਨਾਲ ਫਿਰ ਚੁੱਪ ਕਰ ਜਾਂਦੇ, ਬੋਲਣਾ, ਗੱਲਾਂ ਬੰਦ ਕਰ ਦਿੰਦੇ। ਸਭ ਤੋਂ ਪਹਿਲੀ ਗੱਲ, ਉਹਦੇ ਨਾਲ ਸੰਬੰਧ ਟੁੱਟ ਜਾਂਦਾ। ਅਤੇ ਜਦੋਂ ਅਸੀਂ ਕਿਸੇ ਨੂੰ ਬੁਲਾਉਣਾ ਸ਼ੁਰੂ ਕਰ ਦਿੰਦੇ ਹਾਂ, ਉਹਦੇ ਨਾਲ ਸਾਡਾ ਸੰਬੰਧ ਜੁੜ ਜਾਂਦਾ। ਇਹਦਾ ਮਤਲਬ ਸ਼ਬਦ ਜਿਹੜਾ ਹੈ ਉਹ ਇਹ ਸਾਡੀ ਗੰਢ ਪਾਉਂਦਾ ਹੈ ਸੰਸਾਰ ਦੇ ਨਾਲ, ਸ਼ਬਦ ਦੇ ਨਾਲ ਗੰਢ ਪੈਂਦੀ ਹੈ ਸੰਸਾਰ ਦੇ ਵਿੱਚ। ਇਸੇ ਕਰਕੇ ਮਹਾਰਾਜ ਨੇ ਇਹ ਸ਼ਬਦ, ਸਤਿਗੁਰਾਂ ਨੇ ਕਿਹਾ ਕਿ ਵਾਜਾ ਜਿਹੜਾ ਪਵਨ ਹੈ, ਹਵਾ ਜਿਹੜੀ ਹੈ, ਉਹਦੇ ਨਾਲ ਸਰੀਰ ਦਾ ਕਾਰ ਵਿਹਾਰ ਚੱਲਦਾ ਹੈ। ਜਿੰਦ ਵਿੱਚ ਰੱਖੀ ਹੈ ਗੁਫਾ ਦੇ, ਸਰੀਰ ਰੂਪੀ ਗੁਫਾ ਦੇ। ਅਤੇ ਫਿਰ ਮਹਾਰਾਜ ਕਹਿੰਦੇ ਇਹਨੂੰ ਵਜਾਇਆ ਹੈ ਪਰਮੇਸ਼ਰ ਨੇ ਹਵਾ ਦੇ ਨਾਲ। ਇਹ ਵੱਜਦਾ ਹੈ ਵਾਜਾ, ਇਹਦੇ ਵਿੱਚੋਂ ਸ਼ਬਦ ਪੈਦਾ ਹੁੰਦੇ ਆ, ਗੱਲਾਂ ਬਾਤਾਂ ਕਰਦੇ ਆ ਜਾਂ ਗੁਰਬਾਣੀ ਪੜ੍ਹਦੇ ਆ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਹੋਰ ਕੀ ਕੀ ਹੈ ਇਹਦੇ ਵਿੱਚ? ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਪਾਉਣ ਦਾ ਵਾਜਾ ਵਜਾ ਦਿੱਤਾ ਪਰਮੇਸ਼ਰ ਨੇ। ਫਿਰ 9 ਦਰਵਾਜ਼ੇ ਪ੍ਰਗਟ ਰੂਪ ਦੇ ਵਿੱਚ ਸਾਨੂੰ ਮਿਲੇ ਆ। 9 ਦਰਵਾਜ਼ੇ, ਗੁਫਾ ਦਾ ਕੋਈ ਦਰਵਾਜ਼ਾ ਨਹੀਂ ਹੁੰਦਾ, ਇੱਕ ਅੱਧਾ ਹੁੰਦਾ ਹੈ, ਪਰ ਸਤਿਗੁਰਾਂ ਨੇ ਕਿਹਾ ਤੇਰੇ ਸਰੀਰ ਰੂਪੀ ਗੁਫਾ ਦੇ ਦਰਵਾਜ਼ੇ ਨੇ 9 ਪ੍ਰਗਟ ਰੂਪ ਦੇ ਵਿੱਚ, ਅਤੇ 10ਵਾਂ ਗੁਪਤ ਹੈ। ਸਾਡੇ ਨੇਤਰ ਇਹ ਦਰਵਾਜ਼ੇ ਨੇ, ਨਾਸਿਕਾ, ਕੰਨ, ਸਾਡਾ ਮੂੰਹ, ਫਿਰ ਉਸ ਤੋਂ ਬਾਅਦ ਸਾਡੀ ਗੁਦਾ ਜੋ ਮਲ ਮੂਤਰ ਆਦਿਕ ਤਿਆਗਦੇ ਹਾਂ, ਅਤੇ ਜਨਨ ਇੰਦਰੀ। ਇਹ ਕੁੱਲ ਮਿਲਾ ਕੇ ਸਾਧ ਸੰਗਤ 9 ਦਰਵਾਜ਼ੇ ਬਣਦੇ ਸਰੀਰ ਦੇ ਉੱਤੇ ਲੱਗੇ ਹੋਏ। ਇਹਨਾਂ ਦੁਆਰਾ ਇਹ ਜੀਓ ਜਿਹੜਾ ਹੈ ਨਾ ਸਾਡੇ ਅੰਦਰ, ਇਹ ਇਹਨਾਂ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਇਹਨਾਂ ਦੁਆਰਾ
ਆਪਾਂ ਚੱਲਦੇ ਹਾਂ, ਫਿਰਦੇ ਹਾਂ, ਕਿਰਿਆ ਕਰਦੇ ਹਾਂ, ਕਰਮ ਕਰਦੇ ਹਾਂ, ਉਹ ਇਹਨਾਂ 9 ਦਰਵਾਜ਼ਿਆਂ ਦੁਆਰਾ ਕਰਦੇ ਹਾਂ। ਜਿੰਨੇ ਵੀ ਕਰਮ ਕਰਦੇ ਹਾਂ, ਕਿਸੇ ਨਾਲ ਗੱਲਬਾਤ ਕਰਦੇ ਹਾਂ ਮੂੰਹ ਦੁਆਰਾ, ਨਾਸਕਾ ਦੁਆਰਾ ਸਮੈਲ ਲੈਂਦੇ ਹਾਂ, ਇਹ ਜਿੰਨਾ ਵੀ ਕੁਝ ਅਸੀਂ ਕਰਦੇ ਹਾਂ ਇਹਨਾਂ 9 ਦਰਵਾਜ਼ਿਆਂ ਨਾਲ ਕਰਦੇ ਹਾਂ। ਅਤੇ ਜੀਓ ਸਾਡੇ ਅੰਦਰ ਹੈ, ਅਤੇ ਉਹ ਜਿਹੜਾ ਜੀਓ ਸਾਡੇ ਅੰਦਰ ਹੈ ਇਹਨਾਂ 9 ਦਰਵਾਜ਼ਿਆਂ ਦੇ ਨਾਲ ਉਹ ਜੀਓ ਤੱਕ ਪਹੁੰਚ ਹੁੰਦੀ ਹੈ, ਅਤੇ ਉਹਦੇ ਅਨੁਸਾਰ ਹੀ ਸਾਡਾ ਜੀਓ ਜਿਹੜਾ ਉਹ ਕਿਰਿਆ ਕਰਦਾ, ਉਹਦੇ ਅਨੁਸਾਰ ਸਾਡੇ ਕਰਮ ਬਣਦੇ ਆ, ਉਹਦੇ ਅਨੁਸਾਰ ਸਾਡਾ ਮਨ ਬਣਦਾ ਹੈ। ਅਤੇ ਲੈਂਦੇ ਕਿੱਥੋਂ ਅਸੀਂ? ਬਾਹਰੀ ਦ੍ਰਿਸ਼ਟੀ ਤੋਂ, ਅੱਖਾਂ ਨਾਲ ਦੇਖ ਕੇ ਗਿਆਨ ਲੈਂਦੇ ਹਾਂ, ਨਾਸਕਾਂ ਨਾਲ ਸੁਣ ਕੇ, ਜੀਭ ਨਾਲ ਗੱਲ ਕਰਕੇ, ਕੰਨਾਂ ਦੁਆਰਾ ਸੁਣ ਕੇ। ਸਤਿਗੁਰੂ ਕਹਿੰਦੇ ਇਹ ਜਿਹੜੇ 9 ਦਰਵਾਜ਼ੇ ਪ੍ਰਗਟ ਰੂਪ ਨੇ, ਅਤੇ 10ਵਾਂ ਦਵਾਰ ਜਿਹੜਾ ਹੈ 10ਵਾਂ ਗੁਪਤ ਰਖਾਇਆ, ਉਹ ਗੁਪਤ ਰੂਪ ਦੇ ਵਿੱਚ ਹੈ। ਕਈਆਂ ਨੇ ਇਹਦੇ ਅਰਥ ਦਿਮਾਗ ਵੀ ਕੀਤੇ ਆ ਕਿ ਪਰਮੇਸ਼ਰ ਨੇ ਦਿਮਾਗ ਜਿਹੜਾ ਉਹ 10ਵਾਂ ਦਵਾਰ ਸਾਨੂੰ ਦਿੱਤਾ ਹੋਇਆ। ਅਤੇ ਇੱਥੇ ਮੈਂ ਇਹ ਵੀ ਗੱਲ ਕਹਿ ਕੇ ਅੱਗੇ ਤੁਰਾਂ ਕਿ ਯੋਗ ਮਤ ਦੇ ਵਿੱਚ ਵੀ 10ਵਾਂ ਦਵਾਰ ਦੀ ਬੜੀ ਵੱਡੀ ਪ੍ਰਕਿਰਿਆ ਹੈ। ਜੋਗੀ ਲੋਕ ਕੀ ਕਰਦੇ ਆ ਕਿ ਉਹ ਆਪਣੀ ਅਪਾਨ ਵਾਯੂ ਨੂੰ ਰੋਕ ਕੇ, ਗੁਦਾ ਦੇ ਅੰਦਰ ਅੱਡੀ ਰੱਖ ਕੇ ਅਪਾਨ ਵਾਯੂ ਨੂੰ ਰੋਕ ਕੇ ਉਹਦੇ ਨਾਲ ਕੀ ਕਰਦੇ? ਇੱਕ ਪ੍ਰੈਸ਼ਰ ਬਣਾਉਂਦੇ ਆ ਜਿਹਦੇ ਨਾਲ ਈੜਾ, ਪਿੰਗਲਾ ਅਤੇ ਸੁਖਮਨਾ 3 ਨਾੜੀਆਂ ਹਨ ਸਾਡੇ ਸਰੀਰ ਦੇ ਵਿੱਚ, ਸਾਡੀ ਰੀੜ੍ਹ ਦੀ ਹੱਡੀ ਦੇ ਕੋਲ। ਉਹਨਾਂ ਨੂੰ ਪ੍ਰੈਸ਼ਰ ਦੇ ਨਾਲ ਉਹ ਖੋਲ੍ਹਦੇ ਆ ਅਤੇ ਉਹਦੇ ਨਾਲ ਉਹ ਕਹਿੰਦੇ ਕਿ ਸਾਡਾ 10ਵਾਂ ਦਵਾਰ ਖੁੱਲ੍ਹਦਾ। ਅਤੇ ਜਦੋਂ ਉਹ 10ਵਾਂ ਦਵਾਰ ਖੁੱਲ੍ਹਦਾ ਅਤੇ ਫਿਰ ਕਹਿੰਦੇ ਸਾਨੂੰ ਜਿੰਨੇ ਵੀ ਸਾਜ਼ ਹਨ ਉਹ ਵੱਜਦੇ ਹੋਏ ਸੁਣਦੇ ਆ। ਨਗਾਰਾ, ਕੋਈ ਕਹਿੰਦਾ ਮੈਨੂੰ ਸ਼ੰਖ ਵੱਜਦਾ ਸੁਣਦਾ, ਕੋਈ ਕਹਿੰਦਾ ਨਗਾਰਾ ਵੱਜਦਾ ਸੁਣਦਾ। ਇਸ ਤੋਂ ਅੱਗੇ ਜਿਹੜੀ ਇਹਨਾਂ ਦੀ ਅਵਸਥਾ ਹੈ ਜੋਗੀਆਂ ਦੀ ਮੈਂ ਗੱਲ ਕਰ ਰਿਹਾ, ਇਸ ਤੋਂ ਅਗਲੀ ਅਵਸਥਾ ਇਹਨਾਂ ਦੀ ਹੈ ਸੁੰਨ ਦੀ ਅਵਸਥਾ। ਸੁੰਨ, ਉੱਥੇ ਜਾ ਕੇ ਸ਼ਾਂਤ ਹੋ ਜਾਂਦੇ ਆ, ਇੱਦੋਂ ਅੱਗੇ ਉਹ ਨਹੀਂ ਜਾਂਦੇ, ਸੁੰਨ ਤੱਕ ਪਹੁੰਚਦੇ ਆ। ਸੁੰਨ ਤੱਕ ਪਹੁੰਚ ਜਾਂਦੇ, ਉਹ ਕਹਿੰਦੇ ਇੱਥੇ ਸਾਨੂੰ ਰਸ ਹੈ, ਜਿੱਥੇ ਜਾ ਕੇ ਉਹਨਾਂ ਦੀ ਉਮਰ ਵੀ ਵਧੇਰੀ ਹੁੰਦੀ ਆ, ਸਵਾਸਾਂ ਨੂੰ ਰੋਕ ਲੈਂਦੇ ਆ। ਉਹ ਸਾਰੀ ਕਿਰਿਆ ਸੁੰਨ ਮੰਡਲ 'ਚ ਜਾ ਕੇ ਕਰਦੇ ਆ ਜਦੋਂ ਉਹਨਾਂ ਦਾ 10ਵਾਂ ਦਵਾਰ ਖੁੱਲ੍ਹ ਜਾਂਦਾ ਹੈ। ਅਤੇ ਇਹ ਕਿਰਿਆ ਬਹੁਤ ਔਖੀ ਹੈ। ਕਈ ਵਾਰੀ ਜੋਗੀ ਇਹ ਕਰਮ ਕਰਦੇ ਕਰਦੇ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਜਿੰਨਾ ਚਿਰ ਜੋਗੀ ਨੂੰ ਕੋਈ ਚੰਗਾ ਗੁਰੂ ਨਹੀਂ ਨਾ ਲੱਭਦਾ ਜਿਹਨੇ 10ਵਾਂ ਦਵਾਰ ਇਹਨੂੰ ਖੋਲ੍ਹਿਆ ਹੋਵੇ, ਈੜਾ, ਪਿੰਗਲਾ, ਸੁਖਮਨਾ ਨਾੜੀਆਂ ਦੇ ਦੁਆਰਾ, ਜੇ ਕੋਈ ਉਹੋ ਜਿਹਾ ਗੁਰੂ ਨਾ ਮਿਲੇ, ਜੇ ਆਪਣੇ ਆਪ ਜੋਗੀ ਇਹ ਕਰਮ ਕਰਨ ਲੱਗ ਪਏ, ਉਹਦੀ ਮੌਤ ਵੀ ਹੋ ਜਾਂਦੀ। ਬੜੇ ਔਖਾ ਅਤੇ ਕਠਿਨ ਮਾਰਗ ਹੈ। ਪਰ ਗੁਰਮਤਿ ਵੱਲ ਨੂੰ ਜਦੋਂ ਆਪਾਂ ਆਉਂਦੇ ਹਾਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਤਰੀਕਾ ਅੱਜ ਦੱਸਦੇ। ਮਾਰੇ ਕਹਿੰਦੇ 9 ਦਵਾਰੇ ਤੇਰੇ ਕੋਲ ਆ, ਅਤੇ 10ਵਾਂ ਪਰਮੇਸ਼ਰ ਨੇ ਗੁਪਤ ਰਖਾਇਆ ਹੈ, ਗੁਪਤ ਹੈ। ਉਹਨੂੰ ਜੇ ਤੂੰ ਪ੍ਰਗਟ ਕਰਨਾ ਹੈ, ਉਹਦੇ ਵਾਸਤੇ ਕੀ ਰਸਤਾ ਹੈ ਕਿ ਇਹਨਾਂ 9 ਦਰਵਾਜ਼ਿਆਂ ਦੇ ਉੱਤੇ ਆਪਣਾ ਕੰਟਰੋਲ ਕਰ ਲਾ, ਇਹਨਾਂ ਨੂੰ ਆਪਣੇ ਅਧੀਨ ਕਰ ਲਾ। ਕਬੀਰ ਸਾਹਿਬ ਕਹਿੰਦੇ ਮੂੰਹ ਦਲੀਏ ਦਰਵਾਜ਼ੇ, ਬਾਜੀ ਵਾਲੇ ਅਨਹਦ ਬਾਜੇ। ਕਿਹੜੇ ਦਰਵਾਜ਼ੇ ਮੁੰਦ ਲੈ? ਹੁਣ ਅੱਖਾਂ ਜਿਹੜੀਆਂ ਹੈ ਮੁੰਦ ਲਏ, ਭਾਵ ਨਹੀਂ ਕਿ ਬੰਦ ਕਰ ਲਏ ਜਾਂ ਕੰਨਾਂ 'ਚ ਰੂੰ ਦੇ ਲਿਆ, ਨਹੀਂ। ਮੂੰਦ ਲਈਏ ਦਰਵਾਜ਼ੇ ਦਾ ਭਾਵ ਹੈ ਹੁਣ ਅੱਖਾਂ ਸਨ ਪਹਿਲੋਂ ਵਿਕਾਰ ਦ੍ਰਿਸ਼ਟੀ ਨਾਲ ਦੇਖਦੀਆਂ ਸਨ, ਹੁਣ ਗੁਰੂ ਨੇ ਰਹਿਮਤ ਕੀਤੀ ਅਤੇ ਹੁਣ ਸਾਰਿਆਂ ਨੂੰ ਅਕਾਲ ਦੀ ਨਿਗਾਹ ਨਾਲ ਦੇਖਦੀਆਂ। ਕੰਨ ਜਿਹੜੇ ਸਨ ਪਹਿਲੇ ਚੁਗਲੀ, ਨਿੰਦਾ, ਝੂਠ, ਦਵੈਸ਼ ਆਦਿਕ ਸੁਣਦੇ ਸਨ, ਹੁਣ ਕੀਰਤਨ ਸਰਵਣ ਕਰਦੇ ਆ, ਕਥਾ ਸਰਵਣ ਕਰਦੇ ਆ। ਇਸੇ ਪ੍ਰਕਾਰ ਜਿੰਨੇ ਵੀ ਗਿਆਨ ਇੰਦਰੀ ਸਨ ਪਹਿਲਾਂ ਉਹ ਵਿਕਾਰਾਂ ਦੇ ਵਿੱਚ ਲੱਗੇ ਸਨ, ਪਰ ਜਦੋਂ ਰਹਿਮਤ ਹੋਈ ਫਿਰ ਹੌਲੀ ਹੌਲੀ ਇਹ ਨਿਰੰਕਾਰ ਵੱਲ ਨੂੰ ਚੱਲ ਪਏ। ਅਤੇ ਜਦੋਂ ਨਿਰੰਕਾਰ ਵੱਲ ਨੂੰ ਚੱਲ ਪਏ ਸਾਧ ਸੰਗਤ, ਫਿਰ ਕੀ ਹੋਇਆ ਕਿ 10ਵਾਂ ਦਵਾਰ ਖੁੱਲ੍ਹ ਗਿਆ, ਪ੍ਰਾਪਤੀ ਹੋ ਗਈ। ਅਤੇ 10ਵਾਂ ਦਵਾਰ ਹੈ ਕਿ ਵਿਵੇਕ ਬੁੱਧ, ਪਤਾ ਲੱਗ ਜਾਂਦਾ ਹੈ ਕਿ ਚੰਗਾ ਕੀ ਹੈ, ਮਾੜਾ ਕੀ ਹੈ, ਮੇਰੇ ਵਾਸਤੇ ਰਸਤਾ ਕੀ ਹੈ, ਸੰਸਾਰ 'ਤੇ ਆਏ ਦਾ ਮੇਰਾ ਕਰਮ ਕੀ ਹੈ, ਮੈਂ ਕਰਨ ਕੀ ਆਇਆ ਹਾਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਰਸਤਾ, ਇਹ 9 ਦਰਵਾਜ਼ੇ ਜਿਹੜੇ ਪ੍ਰਗਟ ਰੂਪ ਹਨ ਇਹ ਪਰਮੇਸ਼ਰ ਨੇ ਤੈਨੂੰ ਦੱਸੇ, ਅਤੇ 10ਵਾਂ ਜਿਹੜਾ ਉਹਨੇ ਗੁਪਤ ਰੱਖਿਆ ਹੈ। ਹੁਣ ਮਹਾਰਾਜ ਅਗਲੀ ਪੰਕਤੀ 'ਚ ਸਮਝਾਉਂਦੇ ਆ ਕਿ ਇਹ 10ਵੇਂ ਤੱਕ ਪਹੁੰਚਣਾ ਕਿਵੇਂ ਹੈ। ਗੁਰਦੁਆਰੇ ਲਾਏ ਭਾਵਣੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਤੂੰ ਜੋਗੀਆਂ ਵਾਲੇ ਕਰਮ ਨਹੀਂ ਕਰਨੇ। ਇਹ ਨਹੀਂ ਕਿ ਆਪਣੀ ਅਪਾਨ ਵਾਯੂ ਨੂੰ ਰੋਕ ਕੇ ਈੜਾ, ਪਿੰਗਲਾ, ਸੁਖਮਨਾ ਦੇ ਨਾਲ ਆਪਣੇ 10ਵੇਂ ਨੂੰ ਖੋਲ੍ਹਣਾ ਹੈ, ਨਹੀਂ। ਮਾਰੇ ਕਹਿੰਦੇ ਰਸਤਾ ਹੈ ਇੱਕ ਭਾਵਨਾ ਦੇ ਨਾਲ, ਪਿਆਰ ਦੇ ਨਾਲ ਗੁਰਦੁਆਰੇ ਆ ਜਾ। ਗੁਰਦੁਆਰੇ ਲਾਏ ਭਾਵਨੀ, ਭਾਵਨਾ ਦੇ ਨਾਲ
ਭਾਵਨਾ ਅਰਥ ਹੈ ਪਿਆਰ ਦਾ, ਪਿਆਰ ਦੇ ਨਾਲ ਗੁਰੂ ਘਰ ਦੇ ਵਿੱਚ ਆਓ। ਅਤੇ ਮੈਂ ਇਹ ਗੱਲ ਆਪਣੇ ਆਪ ਨੂੰ ਵਿੱਚ ਲੈ ਕੇ ਕਹਾਂ ਕਿ ਸਾਧ ਸੰਗਤ ਅਸਲ 'ਚ ਕੀ ਹੈ ਕਿ ਅਸੀਂ ਭਾਵੇਂ ਗੁਰਦੁਆਰੇ ਵੀ ਆਉਂਦੇ ਹਾਂ, ਪਰ ਆਪਣਾ ਰਸਤਾ ਜਿਹੜਾ ਉਹ ਨਹੀਂ ਆਪਾਂ ਮਿੱਥਦੇ, ਸਮਝ ਨਹੀਂ ਆਉਂਦੀ। ਜੇ ਕੋਈ ਗੁਰਦੁਆਰੇ ਨਹੀਂ ਆ ਰਿਹਾ, ਹੰਕਾਰ ਉਹਦੇ ਅੰਦਰ ਵੀ ਓਨਾ ਹੀ ਹੈ, ਅਤੇ ਜੇ ਕੋਈ ਗੁਰਦੁਆਰੇ ਆ ਰਿਹਾ ਉਹਦੇ ਅੰਦਰ ਵੀ ਹੰਕਾਰ ਓਨਾ ਹੀ ਹੈ। ਜੇ ਕੋਈ ਘਰ ਬੈਠਾ ਹੈ, ਗੁੱਸਾ ਉਹਦੇ ਅੰਦਰ ਵੀ ਓਨਾ ਹੀ ਹੈ, ਅਤੇ ਜੇ ਕੋਈ ਗੁਰਦੁਆਰੇ ਆ ਰਿਹਾ, ਗੁੱਸਾ ਉਹਦੇ ਅੰਦਰ ਵੀ ਓਨਾ ਹੀ। ਕਿਉਂ ਨਹੀਂ ਬੰਦਾ ਜਿਹੜਾ ਹੈ ਉਹ ਰਸਤੇ 'ਤੇ ਚੱਲਦਾ ਪਿਆ? ਕਿਉਂ? ਕਿਉਂਕਿ ਭਾਵਨੀ ਨਹੀਂ ਹੈ, ਪਿਆਰ ਨਹੀਂ ਹੈ ਗੁਰੂ ਦੇ ਨਾਲ। ਜਦੋਂ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ, ਉਦੋਂ ਜਿਹੜਾ ਹੈ ਕੋਈ ਗੱਲ ਬਣਦੀ ਹੈ, ਉੱਦਾਂ ਗੱਲ ਨਹੀਂ ਬਣਦੀ। ਨਹੀਂ ਤਾਂ ਇੱਕ ਤਾਂ ਖਲੋਤਾ ਹੈ ਅਤੇ ਦੂਸਰੇ ਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ, ਉਹ ਚੱਲੀ ਜਾ ਰਿਹਾ। ਚੱਲਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਬੈਠ ਕੇ ਕਥਾ ਕੀਰਤਨ ਸਰਵਣ ਕਰਕੇ ਚੱਲ ਜਾਂਦੇ ਹਾਂ, ਪਰ ਉਹ ਮਨ 'ਚ ਭਾਵਨਾ ਗੁਰੂ ਪ੍ਰਤੀ ਨਹੀਂ ਬਣਦੀ। ਸਤਿਗੁਰੂ ਕਹਿੰਦੇ ਜੇ ਦਸੋਂ ਦੁਆਰੇ ਦੀ ਪ੍ਰਾਪਤੀ ਕਰਨੀ ਹੈ ਗੁਰਸਿੱਖਾ, ਉਹਦੇ ਵਾਸਤੇ ਤੈਨੂੰ ਭਾਵਨਾ ਬਣਾਉਣੀ ਪਏਗੀ ਗੁਰੂ ਪ੍ਰਤੀ। ਜੋ ਗੁਰੂ ਕਹਿੰਦਾ ਹੈ ਉਹ ਮੰਨਣਾ ਪਏਗਾ। ਇਹਨਾਂ ਦੁਆਰਿਆਂ, ਪ੍ਰਗਟ ਦੁਆਰਿਆਂ ਦੇ ਦੁਆਰਾ ਉਸ ਨਿਰੰਕਾਰ ਨੂੰ ਹੌਲੀ ਹੌਲੀ ਦੇਖਣ ਦੀ ਆਦਤ ਪਾਉਣੀ ਪਏਗੀ। ਕਥਾ ਕੀਰਤਨ ਸਰਵਣ ਕਰਨਾ ਪਏਗਾ, ਫਿਰ ਉਹਨੂੰ ਜੀਵਨ 'ਚ ਕਮਾਉਣਾ ਪਏਗਾ। ਅਤੇ ਆਰੰਭਤਾ ਜਿਹੜੀ ਹੈ ਸਾਧ ਸੰਗਤ ਜਪਣ ਤੋਂ ਹੁੰਦੀ ਹੈ। ਜਿੰਨਾ ਚਿਰ ਜਪਣਾ ਆਰੰਭ ਨਹੀਂ ਕਰਾਂਗੇ, ਸਿਮਰਨ ਬੰਦਗੀ ਆਰੰਭ ਨਹੀਂ ਕਰਾਂਗੇ, ਉਹਨਾਂ ਚਿਰ ਗੱਲ ਵੀ ਨਹੀਂ ਬਣਦੀ। ਬੰਦਗੀ ਹੌਲੀ ਹੌਲੀ ਜਦੋਂ ਨਾਮ ਜਪਾਂਗੇ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਾਂਗੇ, ਜਾਂ ਹੌਲੀ ਹੌਲੀ ਗੁਰਬਾਣੀ ਜਦੋਂ ਪੜ੍ਹਾਂਗੇ, ਫਿਰ ਜੀਵਨ ਜਿਹੜਾ ਉਹਦੇ ਵਿੱਚ ਥੋੜ੍ਹੀ ਕ੍ਰਾਂਤੀ ਆਉਂਦੀ ਹੈ, ਸਮਝ ਲੱਗਦੀ ਹੈ ਕਿ ਰਸਤੇ 'ਤੇ ਚੱਲ ਪਏ। ਫਿਰ ਪਤਾ ਲੱਗਦਾ ਕਿ ਕੋਈ ਮੰਜ਼ਿਲ ਵੀ ਹੈ ਜਿੱਥੇ ਪਹੁੰਚਣਾ ਹੈ। ਉਹ ਬੜਾ ਸੋਹਣਾ ਦ੍ਰਿਸ਼ਟਾਂਤ ਦਿੰਦੇ ਹੁੰਦੇ ਆ, ਕਹਿੰਦੇ ਕਿ ਕਿਸੇ ਨੇ, ਜੱਟ ਨੇ ਵੇਖਿਆ ਕਿ ਮੀਂਹ ਪਿਆ ਹੈ, ਬੱਤਰ ਹੈ ਫੈਲੀ, ਉਹਨੇ ਉਸ ਪੈਲੀ ਦੇ ਵਿੱਚ, ਉਸ ਖੇਤ ਦੇ ਵਿੱਚ ਹੱਲ ਵੀ ਜੋਤਿਆ, 3 ਵਾਰੀ ਹੱਲ ਲਾਇਆ, ਵਾੜ ਵੀ ਚੰਗੀ ਕਰ ਲਈ, ਚੰਗਾ ਉਹਨੂੰ ਵਾਹਿਆ, ਜਾਂ ਕਹਿ ਲਓ ਕਿ ਉੱਥੇ ਖਾਦ ਆਦਿ ਵੀ ਪਾ ਦਿੱਤੀ, ਪਰ ਕੋਈ ਫਸਲ ਨਾ ਹੋਈ। ਜਦੋਂ ਫਸਲ ਨਾ ਹੋਈ ਤਾਂ ਕਿਸੇ ਸਿਆਣੇ ਨੂੰ ਪੁੱਛਦਾ, ਕਹਿੰਦਾ ਮੇਰੇ ਖੇਤ ਦੇ ਵਿੱਚ ਫਸਲ ਕਿਉਂ ਨਹੀਂ ਹੋਈ? ਉਹ ਕਹਿੰਦਾ ਹੱਲ ਲਾਇਆ। ਕਹਿੰਦਾ ਹਾਂ, ਹੱਲ ਵੀ ਵਾਹਿਆ ਮੈਂ, ਪਾਣੀ ਵੀ ਲਾਇਆ ਮੈਂ, ਵਾੜ ਵੀ ਕੀਤੀ ਆ, ਪਰ ਇੱਥੇ ਉੱਗਿਆ ਤਾਂ ਕੁਝ ਵੀ ਨਹੀਂ। ਕਹਿੰਦਾ ਬੀ ਕਿਹੜਾ ਪਾਇਆ ਸੀ? ਕਹਿੰਦਾ ਬੀ ਤਾਂ ਮੈਂ ਪਾਇਆ ਹੀ ਨਹੀਂ। ਕਹਿੰਦਾ ਭਲਿਆ, ਜੇ ਬੀ ਨਾ ਪਾਏਗਾ ਤਾਂ ਉੱਗੇਗਾ ਤਾਂ ਕੁਛ ਨਹੀਂ, ਬੀ ਪਾਵੇਂਗਾ ਤਾਂ ਕੁਛ ਉੱਗੇਗਾ। ਇਸੇ ਪ੍ਰਕਾਰ ਅਸੀਂ ਗੁਰੂ ਘਰ ਆਉਂਦੇ ਹਾਂ, ਸੇਵਾ ਵੀ ਕਰਦੇ ਹਾਂ, ਸੰਗਤ ਵੀ ਕਰਦੇ ਹਾਂ, ਕੀਰਤਨ ਵੀ ਸਰਵਣ ਕਰਦੇ ਹਾਂ, ਸੇਵਾ ਵੀ ਬੜੀ ਭਾਵਨਾ ਦੇ ਨਾਲ ਕਰਦੇ ਹਾਂ, ਪਰ ਸਾਧ ਸੰਗਤ ਬੀ ਨਹੀਂ ਪਾਉਂਦੇ। ਬੀ ਕੀ ਹੈ? ਵਾਹਿਗੁਰੂ ਦਾ ਨਾਮ। ਬੰਦਗੀ ਨਹੀਂ ਕਰਦੇ, ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਆਪ ਨਿਤਨੇਮ ਨਹੀਂ ਕਰਦੇ। ਇਹ ਬੀ ਪਾਉਣਾ ਹੈ। ਅਤੇ ਜਿੰਨਾ ਚਿਰ ਬੀ ਨਾ ਪਾਵਾਂਗੇ, ਉਹਨਾਂ ਚਿਰ ਭਾਵੇਂ ਪੈਲੀ ਜਿੰਨੀ ਮਰਜ਼ੀ ਵੱਤਰ ਹੋਵੇ, ਉਹਦੇ ਵਿੱਚ ਫਸਲ ਨਹੀਂ ਉੱਗੇਗੀ। ਇਸੇ ਪ੍ਰਕਾਰ ਜੀਵਨ ਦੇ ਵਿੱਚ ਭਾਵੇਂ ਸੇਵਾ ਵੀ ਹੈ, ਭਾਵੇਂ ਸੰਗਤ ਵੀ ਹੈ, ਸਾਰਾ ਕੁਝ ਕਰਦੇ ਹਾਂ, ਪਰ ਜਿੰਨਾ ਚਿਰ ਆਪ ਚੱਲਣ ਦੀ ਕੋਸ਼ਿਸ਼ ਨਾ ਕਰਾਂਗੇ, ਸਿਮਰਨ ਨਾ ਸ਼ੁਰੂ ਕਰਾਂਗੇ, ਜੇ ਨਿਤਨੇਮ ਨਾ, ਬਾਣੀ ਨਾ ਸ਼ੁਰੂ ਕਰਾਂਗੇ, ਸਹਿਜ ਪਾਠ ਨਾ ਸ਼ੁਰੂ ਕਰਾਂਗੇ, ਉਹਨਾਂ ਚਿਰ ਗੱਲ ਨਹੀਂ ਬਣਨੀ। ਸਤਿਗੁਰੂ ਕਹਿੰਦੇ ਇਹ ਭਾਵਨੀ, ਇਹਦੇ ਦੁਆਰਾ ਹੀ 10ਵਾਂ ਦੁਆਰ ਪ੍ਰਾਪਤ ਹੁੰਦਾ ਹੈ। ਜਦੋਂ ਬੀਜ ਬੀਜਾਂਗੇ, ਫਸਲ ਆਪਣੇ ਆਪ ਉੱਗੇਗੀ। ਜਦੋਂ ਫਸਲ ਉੱਗੇਗੀ, ਉਹਦੇ ਵਿੱਚੋਂ ਫਿਰ ਫਲ ਪ੍ਰਾਪਤ ਹੋਏਗਾ, ਫਸਲ ਪ੍ਰਾਪਤ ਹੋਏਗੀ, ਲਾਹਾ ਲੈ ਲਵਾਂਗੇ। ਇਸੇ ਪ੍ਰਕਾਰ ਸਤਿਗੁਰ ਕਹਿੰਦੇ ਇਹ 10ਵਾਂ ਦੁਆਰ ਹੈ ਭਾਈ। 9 ਦਰਵਾਜ਼ੇ ਮੂੰਦ ਲਈਏ, ਦਰਵਾਜ਼ੇ ਬਾਜੀ ਵਾਲੇ ਅਨਹਦ ਵਾਜੇ। ਜਦੋਂ ਗੁਰੂ ਦੇ ਅਨੁਸਾਰ ਹੋ ਕੇ ਮਨੁੱਖ ਇਹਨਾਂ ਦਰਵਾਜ਼ਿਆਂ ਨੂੰ ਵਰਤਣ ਲੱਗ ਗਿਆ, ਫਿਰ ਸਾਧ ਸੰਗਤ 10ਵਾਂ ਦੁਆਰ ਪ੍ਰਾਪਤ ਹੋ ਜਾਂਦਾ, ਵਿਵੇਕ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਆ ਕਿ ਇਹ ਇੱਕ ਨਾ 10ਵਾਂ ਦੁਆਰ ਦਿਖਾਇਆ। ਇੱਕ ਨਾ ਬਹੁਤ ਜ਼ਿਆਦਿਆਂ ਨੇ ਜਿਹੜੇ ਜਪਦੇ ਹਨ, ਉਹਨਾਂ ਨੂੰ 10ਵਾਂ ਦੁਆਰ ਦਿਖਾਇਆ, ਗੁਰੂ ਨੇ ਦਿਖਾ ਦਿੱਤਾ, ਪ੍ਰਾਪਤ ਹੋ ਗਿਆ ਇਹਨਾਂ ਨੂੰ 10ਵਾਂ ਦੁਆਰ। ਹੁਣ ਉਹਨਾਂ ਦੀਆਂ ਅੱਖਾਂ ਵਿਕਾਰ ਨਹੀਂ ਦੇਖਦੀਆਂ, ਹੁਣ ਉਹਨਾਂ ਦੇ ਕੰਨ ਚੁਗਲੀ ਨਿੰਦਾ ਨਹੀਂ ਸੁਣਦੇ, ਉਹ ਹਰ ਵੇਲੇ ਸਿਮਰਨ ਬੰਦਗੀ 'ਚ ਜੁੜੇ ਰਹਿੰਦੇ ਆ। ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਹੁਣ ਜਿਹੜਾ 10ਵਾਂ ਦੁਆਰ 'ਚ ਪਹੁੰਚ ਜਾਂਦਾ ਹੈ ਗੁਰਮੁਖ, ਜਿਹੜਾ ਆਪਣੇ ਇਹਨਾਂ ਦਰਵਾਜ਼ਿਆਂ ਨੂੰ ਮੂੰਦ ਲੈਂਦਾ ਹੈ, ਮਾਰੇ ਕਹਿੰਦੇ ਫਿਰ ਉਸ ਮਨੁੱਖ ਨੂੰ ਤਹ ਅਨੇਕ ਰੂਪ ਨਾਉ ਨਵ ਨਿਧ, ਅਨੇਕਾਂ ਰੂਪ, ਅਨੇਕਾਂ 9 ਨਿਧੀਆਂ ਦਾ ਖਜ਼ਾਨਾ ਨਾਮ, ਸਾਰਾ ਕੁਛ ਇਸ ਦੇਹੀ 'ਚੋਂ ਪ੍ਰਾਪਤ ਹੋ ਜਾਂਦਾ ਹੈ, ਸਾਰਾ ਕੁਛ। ਉਹ ਫਿਰ ਹਰ ਕਿਸੇ ਦੇ ਨਾਲ ਮਿਲਦਾ ਹੈ, ਗਿਲਦਾ ਹੈ, ਹਰ ਕਿਸੇ ਨਾਲ ਗੱਲਬਾਤ ਕਰਦਾ ਹੈ, ਪਰ ਉਹਨੂੰ ਪਤਾ ਹੈ
कि अनेक दे विच एकता है, सारिਆਂ ਦੇ ਅੰਦਰ ਉਹੀ ਵਸ ਰਿਹਾ ਹੈ। तै अनेक रूप अनेकां रूप दिसते ने, परमेश्वर दे ही दिसते ने, हर किसी दे विच रब ही दिखदा है। नाओ नव निध नाम भी इहनूं प्राप्त हो जाण, नौ निधियां दा नाम जिहड़ा है खजाना नाम दा नूं प्राप्त हो जाता है। तिस दा अंत न जाई पाया, जिहदा अंत पाया नहीं जा सकदा वो परमेश्वर वाहिगुरू प्राप्त हो जाता है। जिहदा अंत नहीं पाया जा सकदा वो वाहिगुरू दे नाल उहदी सांझ पै जाती है। कह नानक हर प्यारै जियो गुफा अंदर रख कै, वाजा पवन वजाया। उस प्यारे ने, उस हरी ने इस जियो नूं, जिंद नूं साडी गुफा शरीर दे विच टिकाया है ते पाउण दा वाजा मार के वजा दिता है, पाउण दा वाजा वजा दिता है। सतगुर कहंदे ये बख्शिश, ये रहमत, ये पता कित्थों लगना है? गुरद्वारे लाए भावनी तो। जे आनंद प्राप्त करना है ना साध संगत, सतगुरां ने इस पौड़ी के अंदर बख्शिश ये की है। महाराज कहते गुरद्वारे लाए भावनी, उत्थे जाके तेनों पता लगता है कि जीवन का मनोरथ की है। सीखण वास्ते आने गुरु के कोल, ते गुरु सानू बार बार समझाउंदा है कि भाई जीवन बड़ा अमोलक है, जीवन नूं एक पासे ला ला, कुछ ना कुछ प्राप्त कर लै, ते नहीं तो फिर ये जिहड़ा जियो है गुफा के अंदर रखिया, ये तो चले जाना निकल के, तो जदों ये जिंद निकल के चले गई फिर उस तो बाद ये मिट्टी की ढेरी हो जाना। ये वाजा वजाया है पाउण दा, इहदे ते हंकार ना करिए साध संगत कि ये सदा रहना है। पता नहीं कदों ये सवास चले जाने आ, एक सवास आउंदा है उस तो बाद दूजा पता नहीं आउणा कि नहीं आउणा। सतगुरु सच्चे पातशाह ने भाई मरदाना जी ने पूछा है, भाई मरदानिया मौत नूं किन्ना क नेड़े करके जानते हो? सतगुरु सच्चे पातशाह अज है कल का पता नहीं, महाराज हस पई। कुछ समा बीतिया, सतगुरां ने कहा भाई मरदानिया मौत नूं किन्ना क नेड़े करके जानदा है? सतगुरु एक सवास आया, दूसरे का पता नहीं आवे कि ना आवे। मारे कहते हुण गल बनी मरदानिया, हुण असली राह जिहड़ा वो लभ लिया तूं। पता नहीं है इस पाउण दे वाजे ने कदों बंद हो जाना है, तो कदों ये बंद हो गया फिर उस तो बाद ये 9 दरवाजे भी उत्थे रह जाने हैं, फिर दिखना भी कख भी नहीं, सुनना भी कख भी नहीं, उस तरह पिया हुंदा मनुख। पर जिन्ना चिर 9 दरवाजे सानू मिले आ, इन्हां दी वरतों करके 10वीं तक पहुँचीए, इन्हां दी वरतों करके 10वीं तक पहुँचना है। इन्हां नूं सुधार के वो बाबा फरीद जी कहते हैं ना, अज मिलावा शेख फरीद टाकम कुंजड़ियाँ मनो मचिंदड़ियाँ। कहते रब नूं अज मिल ला, बस करना की है, ये तेरे मन नूं जिहड़ियां मचिंदड़ियां, ये जिहड़ियां टाकम कुंजड़ियां कूंजां लगियां होईयां ना, इन्हां नूं रोक ला। ये विकार जिहड़े तेरियां अखां द्वारा कन्नां द्वारा तेरे कोल आउंदे आ विकार, इन्हां नूं रोक ला ते अज तूं रब नूं मिलनेगा। सो सतगुरु रहमत कारण महाराज कहंदे भाई ये 10वां द्वार जिहड़ा है गुरुद्वारे भावनी दे नाल प्राप्त होना है। जे गुरु दे नाल अपनी भावनी लाएगा तो फिर उस 10वीं तक पहुँच जाएगा, नहीं तो ये 9 विकार कमाई जा रहे तो इन्हां विकार कमाई जाने हैं। तो जे गुरु दे कोल आएगा गुरु दे कोलों रस्ता मिल जाएगा। सो सतगुरु रहमत कारण उपदेश सतगुरां दा हिरदे विच वसे, होईयां बेअंत भुल्लां चुक्कां दी खिमा। बुलाओ फतेह जी। वाहिगुरू जी का खालसा, वाहिगुरू जी की फतेह।